ਵਿਰਾਸਤ ਟੀਵੀ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਦੋਸਤ ਤੇ ਹੋਸਟ ਇਕਬਾਲ ਸਿੰਘ ਲੈ ਕੇ ਹਾਜ਼ਰ ਹਾਂ। ਤੁਹਾਡਾ ਮਨਪਸੰਦ ਖਾਸ ਪ੍ਰੋਗਰਾਮ ਕੁਝ ਪਲ ਕਿਤਾਬ ਦੇ ਨਾਲ ਜਾਂ ਗੱਲ ਇੱਕ ਕਿਤਾਬ ਦੀ। ਦੋਸਤੋ, ਪ੍ਰੋਗਰਾਮ ਦੇ ਵਿੱਚ ਸਾਡੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਨਾਲ ਉਮਦਾ ਸਾਹਿਤ ਬਾਰੇ ਗੱਲ ਕੀਤੀ ਜਾਵੇ ਔਰ ਕਿਸੇ ਇੱਕ ਕਿਤਾਬ ਉੱਤੇ ਚਰਚਾ ਕੀਤੀ ਜਾਵੇ। ਉਹ ਕਿਤਾਬ ਚਾਹੇ ਕਿਸੇ ਵੀ ਸਿਨਫ ਦੀ ਹੋਵੇ, ਜੋ ਵਾਕਈ ਪੜ੍ਹਨ ਯੋਗ ਹੈ ਤਾਂ ਤੁਹਾਨੂੰ ਉਹ ਕਿਤਾਬ ਪੜ੍ਹਨ ਵਾਸਤੇ ਜ਼ਰੂਰ ਸੁਝਾਈ ਜਾਵੇ। ਸੋ ਅੱਜ ਵੀ ਇੱਕ ਕਿਤਾਬ ਦੀ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਆਪ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਤੇ ਅਰਦਾਸ ਕਰਦਾ ਜਿੱਥੇ ਕਿਤੇ ਹੋਵੋਗੇ ਪਰਮਾਤਮਾ ਅਕਾਲ ਪੁਰਖ ਅੱਲਾਹ ਤਾਲਾ ਦੇ ਭਾਣੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋਵੋਗੇ। ਦੋਸਤੋ, ਸਾਹਿਤ ਸਿਰਜਣਾ ਕੋਈ ਸੌਖਾ ਕਾਰਜ ਨਹੀਂ ਹੁੰਦਾ। ਦੋ ਤਿੰਨ ਚੀਜ਼ਾਂ ਮੈਂ ਨਿੱਜੀ ਤਜਰਬੇ ਦੇ ਆਧਾਰ 'ਤੇ ਮੰਨਦਾ ਕਿ ਪਰਮਾਤਮਾ ਅਕਾਲ ਪੁਰਖ ਮਿਹਰ ਕਰੇ ਜੇ ਤੁਹਾਡੇ ਹੱਥ ਕਲਮ ਦੀ ਦਾਤ ਬਖਸ਼ ਦੇਵੇ ਤਾਂ ਤੁਸੀਂ ਸੋਹਣਾ ਸੱਜਰਾ ਤੇ ਚੰਗਾ ਸਾਹਿਤ ਸਿਰਜ ਸਕਦੇ ਹੋ। ਦੂਸਰੀ ਚੀਜ਼, ਪਰਮਾਤਮਾ ਦੀ ਕਿਰਪਾ ਦੇ ਨਾਲ ਤੁਹਾਡੇ ਨਿੱਜੀ ਤਜਰਬੇ, ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਤੱਕਿਆ ਹੋਵੇ, ਬਹੁਤ ਕੁਝ ਡਿੱਠਾ ਹੋਵੇ ਅਤੇ ਆਪਣੇ ਪਿੰਡੇ 'ਤੇ ਬਹੁਤ ਕੁਝ ਹੰਡਾਇਆ ਹੋਵੇ, ਤਾਂ ਫਿਰ ਇਹ ਦੋਨੋਂ ਚੀਜ਼ਾਂ ਜਦੋਂ ਮਿਲਦੀਆਂ ਨੇ ਤਾਂ ਉਦੋਂ ਵੀ ਜਿਹੜਾ ਆ ਤੁਸੀਂ ਬਾ ਕਮਾਲ ਦਾ ਸਾਹਿਤ ਜਿਹੜਾ ਆ ਉਹ ਸਿਰਜ ਸਕਦੇ ਹੋ। ਤੀਸਰਾ ਹੁੰਦਾ ਆ ਕਲਮ ਦੀ ਦਾਤ, ਤੁਹਾਡੇ ਤਜਰਬੇ ਔਰ ਪਰਮਾਤਮਾ ਦੀ ਕਿਰਪਾ ਜੋ ਸਭ ਤੋਂ ਪਹਿਲੇ ਨੰਬਰ 'ਤੇ ਹੋਣੀ ਚਾਹੀਦੀ ਹੈ। ਇਹ ਤਿੰਨ ਚੀਜ਼ਾਂ ਹੋਣ ਤਾਂ ਤੁਹਾਡਾ ਸਾਹਿਤ ਜੋ ਸਿਰਜਦਾ ਹੈ, ਜਾਂ ਤੁਸੀਂ ਕਿਸੇ ਵੀ ਕਲਾ ਦੇ ਵਿੱਚ ਕੁਝ ਵੀ ਬਣਾਉਂਦੇ ਹੋ, ਕੁਝ ਵੀ ਕਿਰਤ ਜਿਹੜੀ ਹੈ ਉਹ ਕਰਦੇ ਹੋ, ਅਤੇ ਉਹ ਵਾਕਈ ਬਾਕਮਾਲ ਹੋ ਨਿਬੜਦੀ ਹੈ। ਖੈਰ, ਅੱਜ ਜਿਸ ਕਿਤਾਬ ਦੇ ਬਾਰੇ ਆਪਾਂ ਚਰਚਾ ਕਰਨੀ ਹੈ ਇਹ ਇੱਕ ਸਵੈ ਜੀਵਨੀ ਪੁਸਤਕ ਹੈ, ਜਿਹਨੂੰ ਅਸੀਂ ਆਟੋਬਾਇਓਗ੍ਰਾਫੀ ਕਹਿੰਦੇ ਹਾਂ। ਅਸੀਂ ਪਿੱਛੇ ਜਿਹਾ ਇੱਕ ਕਿਤਾਬ ਦਾ ਜ਼ਿਕਰ ਕੀਤਾ ਸੀਗਾ ਆਪ ਸਾਰੇ ਦਰਸ਼ਕਾਂ ਦੇ ਨਾਲ ਕਿ ਪੰਜਾਬੀ ਸਾਹਿਤ ਵਿੱਚ ਪਹਿਲੀ ਸਵੈ ਜੀਵਨੀ ਪੁਸਤਕ ਕਿਹਨੂੰ ਕਿਹਾ ਜਾਂਦਾ ਹੈ, ਅਤੇ ਉਹ ਸੀ ਕਿਤਾਬ ਦਾ ਨਾਮ ਆਰਸੀ, ਜੋ ਪ੍ਰਿੰਸੀਪਲ ਤੇਜਾ ਸਿੰਘ ਹੋਣਾ ਦੁਆਰਾ ਲਿਖੀ ਹੋਈ ਸੀ। ਅੱਜ ਜਿਸ ਕਿਤਾਬ ਦੀ ਗੱਲ ਕਰਨੀ ਹੈ ਇਹ ਵੀ ਕਿਉਂਕਿ ਸਵੈ ਜੀਵਨੀ ਪੁਸਤਕ ਹੈ ਔਰ ਇਸ ਦਾ ਜੋ ਕਰਤਾ ਹੈ ਉਹ ਅਧਿਆਪਨ ਖੇਤਰ ਦੇ ਨਾਲ ਜੁੜਿਆ ਹੋਇਆ ਹੈ। ਉਹਦੇ ਨਾਲ ਉਹ ਸਾਹਿਤਕਾਰ ਬਤੌਰ ਜਿਹੜਾ ਸਾਹਿਤਕਾਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਬਤੌਰ ਅਨੁਵਾਦਕ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਮੈਂ ਪਹਿਲਾਂ ਥੋੜ੍ਹਾ ਜਿਹਾ ਲੇਖਕ ਦੇ ਬਾਰੇ ਦੱਸਦਾ ਜਾਵਾਂ। ਲੇਖਕ ਦਾ ਨਾਮ ਹੈ ਪ੍ਰੋਫੈਸਰ ਅਛਰੂ ਸਿੰਘ। ਆਪ ਦਾ ਜਨਮ 1 ਜਨਵਰੀ 1949 ਨੂੰ ਪਿਤਾ ਸਰਦਾਰ ਹੰਸਾ ਸਿੰਘ ਅਤੇ ਮਾਤਾ ਸ੍ਰੀਮਤੀ ਪ੍ਰਸੰਨ ਕੌਰ ਦੇ ਘਰ ਮਾਨਸਾ ਮੰਡੀ ਵਿਖੇ ਹੋਇਆ। ਆਪ ਨੇ ਅੰਗਰੇਜ਼ੀ ਅਤੇ ਪੰਜਾਬੀ ਸਾਹਿਤ ਦੀ MA ਕੀਤੀ ਹੋਈ ਹੈ ਔਰ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ 'ਚ ਮਾਨਸਾ ਵਿਖੇ ਕਰੀਬ 36 ਸਾਲ ਅੰਗਰੇਜ਼ੀ ਅਧਿਆਪਕ ਵਜੋਂ ਸੇਵਾ ਕਰਨ ਤੋਂ ਬਾਅਦ ਇਹ 31 ਮਈ 2006 ਨੂੰ ਸੇਵਾ ਨਿਵਰਤ ਹੋਏ ਸਨ, ਯਾਨੀ ਕਿ ਸੇਵਾ ਮੁਕਤ ਹੋਏ ਸਨ। ਔਰ ਉਸ ਤੋਂ ਬਾਅਦ ਪ੍ਰੋਫੈਸਰ ਅਛਰੂ ਸਿੰਘ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਫਤਿਹਗੜ੍ਹ ਸਾਹਿਬ ਵਿਖੇ ਮੁੜ ਉਹਨਾਂ ਨੇ ਕਾਫੀ ਲੰਮਾ ਸਮਾਂ ਨੌਕਰੀ ਕੀਤੀ। ਸਾਹਿਤ ਰਚਨਾ ਅਤੇ ਅਧਿਆਪਨ ਦੇ ਕਾਰਜ ਉਹਨਾਂ ਦੇ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਆ ਔਰ ਉਹ ਲਗਾਤਾਰ ਯਤਨਸ਼ੀਲ ਨੇ ਉਮਦਾ ਸਾਹਿਤ ਲਿਖਣ ਦੇ ਵਾਸਤੇ। ਔਰ ਖਾਸ ਗੱਲ ਕਿ ਉਹਨਾਂ ਨੇ ਬਹੁਤ ਹੀ ਬਿਹਤਰੀਨ ਜੋ ਅੰਗਰੇਜ਼ੀ ਦਾ ਸਾਹਿਤ ਮੰਨਿਆ ਜਾਂਦਾ ਸੀਗਾ ਉਹਦਾ ਪੰਜਾਬੀ ਉਲਥਾ ਕੀਤਾ, ਉਹਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ। ਕਈ ਵਾਰੀ ਇੱਦਾਂ ਹੁੰਦਾ ਕਿ ਜਦੋਂ ਅਸੀਂ ਅਨੁਵਾਦਿਤ ਸਾਹਿਤ ਪੜ੍ਹਦੇ ਹਾਂ ਤਾਂ ਸਾਨੂੰ ਸਮੱਸਿਆ ਆਉਂਦੀ ਹੈ ਕਿ ਕੁਝ ਸ਼ਬਦ ਉੱਦਾਂ ਹੀ ਛੱਡ ਦਿੱਤੇ ਜਾਂਦੇ ਆ ਜਾਂ ਬਹੁਤੀ ਮਿਹਨਤ ਨਹੀਂ ਕੀਤੀ ਜਾਂਦੀ। ਪਰ ਜਦੋਂ ਤੁਸੀਂ ਪ੍ਰੋਫੈਸਰ ਅਛਰੂ ਸਿੰਘ ਹੋਣਾ ਦਾ ਉਲਥਾ ਕੀਤਾ ਹੋਇਆ ਸਾਹਿਤ ਪੜ੍ਹਦੇ ਹੋ ਅਤੇ ਤੁਹਾਨੂੰ ਉਹ ਆਪਣਾ ਲੱਗਦਾ ਹੈ, ਉਹ ਪਰਾਇਆ ਨਹੀਂ ਲੱਗਦਾ। ਖਾਸ ਤੌਰ 'ਤੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਵਿਰਾਸਤ TV ਦੇ ਮਾਧਿਅਮ ਦੇ ਰਾਹੀਂ ਉਹਨਾਂ ਦੀ ਇੱਕ ਪੁਸਤਕ ਅਨੁਵਾਦ ਕੀਤੀ ਹੋਈ, ਜਿਹਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸੀਗਾ ਪਬਲੀਕੇਸ਼ਨ ਬਿਊਰੋ ਵੱਲੋਂ, ਵਿਸ਼ਵ ਦੀਆਂ ਅਮਰ ਕਹਾਣੀਆਂ, ਉਹ ਆਪ ਜੀ ਨੂੰ ਪਹਿਲਾਂ ਵੀ ਸੁਝਾਈ ਜਾ ਚੁੱਕੀ ਹੈ। ਔਰ ਅੱਜ ਅਸੀਂ ਉਹਨਾਂ ਦੀ ਸਵੈ ਜੀਵਨ ਦੀ ਗੱਲ ਕਰ ਰਹੇ ਹਾਂ। ਜਿਵੇਂ ਮੈਂ ਜ਼ਿਕਰ ਕੀਤਾ ਵੀ 31 ਮਈ 2006 ਨੂੰ ਉਹ ਸੇਵਾ ਮੁਕਤ ਹੋਏ ਔਰ ਉਸੇ ਦਿਨ ਹੀ ਇਹ ਕਿਤਾਬ ਜਿਸ ਦਾ ਨਾਮ ਹੈ ਕੀਟਾ ਆਈ ਰੀਸ, ਇਹ ਕਿਤਾਬ ਜਿਹੜੀ ਹੈ ਉਹ ਜਾਰੀ ਕੀਤੀ ਗਈ ਸੀ। ਔਰ ਉਸ ਤੋਂ ਬਾਅਦ ਇਹ ਕਿਤਾਬ ਦੀ ਜਿਹੜੀ ਹੈ ਡਿਮਾਂਡ ਵੀ ਵੱਧਦੀ ਰਹੀ ਔਰ ਇੱਕ ਬਿਹਤਰੀਨ ਦਸਤਾਵੇਜ਼ ਹੋਣ ਦੇ ਕਾਰਨ DPI ਵੱਲੋਂ ਇੱਕ ਵਿਸ਼ੇਸ਼ ਪੱਤਰ ਜਾਰੀ ਕੀਤਾ ਗਿਆ, ਜਿਹਦੇ ਵਿੱਚ ਇਹ ਆਖਿਆ ਗਿਆ ਵੀ ਇਸ ਕਿਤਾਬ ਦੀ ਜਿਹੜੀ ਹੈ ਉਹ ਸਮੁੱਚੀਆਂ ਲਾਇਬ੍ਰੇਰੀਆਂ ਦੇ ਵਾਸਤੇ ਪ੍ਰਵਾਨਗੀ ਦਿੱਤੀ ਜਾਂਦੀ ਹੈ ਔਰ ਲਾਇਬ੍ਰੇਰੀਆਂ ਦੇ ਵਾਸਤੇ ਇਹ ਕਿਤਾਬ ਜਿਹੜੀ ਹੈ ਉਹ ਜ਼ਰੂਰੀ ਕੀਤੀ ਗਈ। ਕਿਤਾਬ ਦੀ ਗੱਲ ਕਰਾਂ, ਕਰੀਬ 184 ਪੰਨਿਆਂ ਦੀ ਕਿਤਾਬ ਹੈ ਔਰ ਇਸ ਕਿਤਾਬ ਨੂੰ ਪ੍ਰਕਾਸ਼ਿਤ ਕੀਤਾ ਹੈ ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ ਦੇ ਵੱਲੋਂ। ਆਪ ਅੰਗਰੇਜ਼ੀ ਵਿਭਾਗ ਦੇ ਮੁਖੀ ਵੀ ਰਹੇ ਔਰ ਕਿਤਾਬ ਉਹਨਾਂ ਨੇ ਸਮਰਪਣ ਕੀਤੀ ਹੈ ਆਪਣੀ ਜੀਵਨ ਸਾਥਣ ਗੁਰਸ਼ਰਨ ਨੂੰ, ਜੋ ਜ਼ਿੰਦਗੀ ਦੇ ਹਰ ਦੁੱਖ ਸੁੱਖ ਵਿੱਚ ਕਹਿੰਦੇ ਨੇ ਕਿ ਮੇਰੇ ਨਾਲ ਡਟ ਕੇ ਖੜੀ ਰਹੀ। ਅੱਗੇ ਭੂਮਿਕਾ ਹੈ ਜਿਹਦੇ ਵਿੱਚ ਉਹਨੇ ਆਪਣੇ ਆਰੰਭਕ ਸ਼ਬਦ ਖੁਦ ਲਿਖੇ ਨੇ
ਤੇ ਬੜਾ ਸੁੰਦਰ ਜ਼ਿਕਰ ਹੈ। ਕਹਿੰਦੇ ਮੈਂ ਮੇਰੇ ਜੀਵਨ ਵਿੱਚ ਕੁਝ ਵੀ ਵਿਲੱਖਣ ਜਾਂ ਵਿਸ਼ੇਸ਼ ਨਹੀਂ ਤੇ ਨਾ ਹੀ ਮੈਂ ਜੀਵਨ ਦੇ ਕਿਸੇ ਖੇਤਰ ਵਿੱਚ ਬਹੁਤ ਵੱਡੀਆਂ ਮੱਲਾਂ ਮਾਰੀਆਂ। ਮੈਂ ਆਪਣੇ ਆਪ ਨੂੰ ਫਕੀਰ, ਅਮੀਰ, ਵਿਦਵਾਨ ਜਾਂ ਮਹਾਨ ਵੀ ਨਹੀਂ ਅਖਵਾ ਸਕਦਾ। ਮੈਂ ਇੱਕ ਕਾਲਜ ਅਧਿਆਪਕ ਵਜੋਂ ਆਪਣਾ ਜੀਵਨ ਸ਼ੁਰੂ ਕੀਤਾ ਤੇ ਆਪਣੀ ਉਮਰ ਦਾ ਬਹੁਤ ਹਿੱਸਾ ਅਧਿਆਪਨ ਕਾਰਜ ਦੇ ਲੇਖੇ ਲਾ ਕੇ ਇੱਕ ਕਾਲਜ ਅਧਿਆਪਕ ਵਜੋਂ ਹੀ ਰਿਟਾਇਰ ਹੋ ਰਿਹਾ ਹਾਂ। ਮੇਰੀ ਤੁਲਨਾ ਕਿਸੇ ਨੁੱਕਰੇ ਉੱਗੇ ਛੋਟੇ ਜਿਹੇ ਬਰੋਟੇ ਨਾਲ ਕੀਤੀ ਜਾ ਸਕਦੀ ਹੈ, ਪਰ ਸੱਥ ਵਿੱਚ ਉੱਗੇ ਤੇ ਸਾਰੇ ਪਿੰਡ ਨੂੰ ਠੰਡੀ ਮਿੱਠੀ ਛਾਂ ਤੇ ਸਕੂਨ ਦੇਣ ਵਾਲੇ ਬਾਬਾ ਬੋੜ ਨਾਲ ਨਹੀਂ। ਕਿਤਾਬ ਪੜ੍ਹਦੇ ਹਾਂ ਜਿੱਥੇ ਸਾਨੂੰ ਲੇਖਕ ਦੇ ਜੀਵਨ ਸੰਘਰਸ਼ ਬਾਰੇ ਪਤਾ ਲੱਗਦਾ ਹੈ, ਉਹਦੇ ਆਲੇ ਦੁਆਲੇ ਸਿਰਜੇ ਹੋਏ ਮਾਹੌਲ ਦੀ ਜਾਣਕਾਰੀ ਮਿਲਦੀ ਹੈ। ਉੱਥੇ ਵਿਦਿਆਰਥੀ ਤੇ ਅਧਿਆਪਕ ਦਾ ਰਿਸ਼ਤਾ ਕਿਹੋ ਜਿਹਾ ਹੋਣਾ ਚਾਹੀਦਾ, ਉਹਦੇ ਵਿੱਚ ਜੋ ਸਤਿਕਾਰ, ਜੋ ਪਵਿੱਤਰਤਾ, ਜੋ ਮਰਿਆਦਾ, ਜੋ ਸੀਮਾਵਾਂ ਹੋਣੀਆਂ ਚਾਹੀਦੀਆਂ, ਉਹਦੇ ਬਾਰੇ ਸਾਨੂੰ ਇਹਦੇ ਵਿੱਚੋਂ ਬਹੁਤ ਕੁਝ ਮਿਲਦਾ ਹੈ। ਕਿ ਜਦੋਂ ਅਸੀਂ ਇਹ ਕਿਤਾਬ ਪੜ੍ਹਦੇ ਹਾਂ ਉਹਦੇ ਵਿੱਚ ਖਾਸ ਗੱਲ ਇੱਕ ਹੋਰ ਕਰਾਂ, ਥਾਂ ਪਰ ਥਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਪ੍ਰਮਾਣ ਮਿਲਦੇ ਨੇ, ਜਿੱਥੋਂ ਲੇਖਕ ਦਾ ਭਰੋਸਾ ਪਤਾ ਲੱਗਦਾ ਹੈ। ਉਹਦੇ ਨਾਲ ਬਹੁਤ ਸਾਰੇ ਪੰਜਾਬੀ ਅਖਾਣ, ਪੰਜਾਬੀ ਮੁਹਾਵਰੇ, ਕੁਝ ਬੁਝਾਰਤਾਂ ਵਾਂਗ, ਫਿਰ ਉਹਦੇ ਨਾਲ ਹਿੰਦੀ, ਉਰਦੂ, ਫਾਰਸੀ, ਪੰਜਾਬੀ ਸ਼ਾਇਰੀ ਜੋ ਥਾਂ ਪਰ ਥਾਂ ਉਹਨਾਂ ਨੇ ਫਿੱਟ ਕੀਤੀ ਹੈ, ਉਹ ਵੈਸੇ ਹੀ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਹੀ ਇੱਕ ਸਫਲ ਸਾਹਿਤਕਾਰ ਵਜੋਂ ਸਥਾਪਿਤ ਕਰ ਦਿੰਦੀ ਹੈ। ਕਿਤਾਬ ਪੜ੍ਹਦੇ ਬਹੁਤ ਸਾਰੇ ਅਖਾਣ, ਜਿਵੇਂ ਮੈਂ ਸੰਖੇਪ ਤੌਰ ਤੇ ਜ਼ਿਕਰ ਕਰਾਂ, ਬੜੇ ਉਤਸ਼ਾਹਵਰਧਕ। ਕਹਿੰਦੇ ਜਲਦੀ ਸੌਂ ਤੇ ਜਲਦੀ ਜਾਗ, ਵਧੇ ਉਮਰ ਤੇ ਲੱਗਣ ਭਾਗ। ਕਹਿੰਦੇ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਇਸ ਕਿਤਾਬ ਨੂੰ ਇਹ ਚੀਜ਼ਾਂ ਜਿਹੜੀਆਂ ਨੇ ਜਦੋਂ ਥਾਂ ਪਰ ਥਾਂ ਪੜ੍ਹਦੇ ਸੀ, ਅੱਗੇ ਚੱਲਦੇ ਹਾਂ ਤੇ ਉਹ ਬੜਾ ਖੂਬਸੂਰਤ ਜਿਹੜਾ ਆ ਇੱਕ ਬਣਦਾ। ਮਾਲੀ ਦਾ ਕੰਮ ਪਾਣੀ ਦੇਣਾ, ਉਹ ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਉਹ ਲਾਵੇ ਜਾਂ ਨਾ ਲਾਵੇ। ਉਹਦੇ ਨਾਲ NCC ਕੈਂਪਾਂ ਦੀ ਜਿਹੜੀ ਗੱਲ ਹੈ ਜੋ ਇਸ ਕਿਤਾਬ ਦੇ ਵਿੱਚ ਕਾਫੀ ਉਹਨੇ ਥਾਂ ਮੱਲੀ ਹੋਈ ਹੈ, ਕਿਉਂਕਿ ਅਧਿਆਪਨ ਖੇਤਰ ਦੇ ਹੋਣ ਨਾਲ ਜੁੜੇ ਹੋਣ ਕਰਕੇ ਸਾਹਿਤਕਾਰ ਜੋ ਲੇਖਕ ਪ੍ਰੋਫੈਸਰ ਅਛਰੂ ਸਿੰਘ ਜੀ ਨੇ ਉਹ ਥਾਂ ਪਰ ਥਾਂ ਵਿਦਿਆਰਥੀਆਂ ਨੂੰ ਲੈ ਕੇ ਜਾਂਦੇ ਰਹੇ। ਉੱਥੇ ਉਸ ਵੇਲੇ ਕੀ ਸਮੱਸਿਆਵਾਂ ਆਉਂਦੀਆਂ ਰਹੀਆਂ ਤੇ ਉਹਦੇ ਨਾਲ ਜਿਹੜੀ ਸਿੱਖਦੇ ਕੀ ਕੁਛ ਰਹੇ, ਬਹੁਤ ਕੁਝ ਉਹ ਮੰਨਦੇ ਨੇ ਕਿ NCC ਕੈਂਪਾਂ ਦੇ ਰਾਹੀਂ ਉਹਨਾਂ ਨੇ ਸਿੱਖਿਆ। ਔਰ ਬਹੁਤ ਐਸੀਆਂ ਥਾਵਾਂ ਜੋ ਸ਼ਾਇਦ ਉਹ ਕਿਸੇ ਵੀ ਹੋਰ ਕਿੱਤੇ ਵਿੱਚ ਹੁੰਦੇ ਤਾਂ ਸ਼ਾਇਦ ਕਦੇ ਨਾ ਦੇਖ ਸਕਦੇ, ਪਰ ਅਧਿਆਪਨ ਖੇਤਰ ਦਾ ਇਹ ਕਿੱਡਾ ਵੱਡਾ ਇੱਕ ਫਾਇਦਾ ਹੈਗਾ। ਉਹਦੇ ਨਾਲ ਮੈਂ ਗੱਲ ਕਰਾਂ ਤਾਂ ਖਾਸ ਤੌਰ ਤੇ ਜ਼ਿਕਰ ਕਰਨਾ ਚਾਹਾਂਗਾ ਕਿ ਜਿਵੇਂ ਮੈਂ ਗੱਲ ਕੀਤੀ ਹੈ ਕਿ ਵਿਦਿਆਰਥੀ ਤੇ ਅਧਿਆਪਕ ਦੇ ਰਿਸ਼ਤੇ ਵਿੱਚ ਜੋ ਮਰਿਆਦਾ, ਸਤਿਕਾਰ, ਪਿਆਰ ਹੋਣਾ ਚਾਹੀਦਾ ਆ, ਉਹਦਾ ਬਖੂਬੀ ਜ਼ਿਕਰ ਹੈ। ਬੜਾ ਸੁੰਦਰ ਜ਼ਿਕਰ ਹੈ ਪੰਨਾ ਨੰਬਰ 91 ਦੇ ਉੱਤੇ। ਕਹਿੰਦੇ ਨੇ ਮੈਂ ਹਮੇਸ਼ਾ ਯਤਨ ਕੀਤਾ ਹੈ ਕਿ ਕਿਸੇ ਵੀ ਯੋਗ ਵਿਦਿਆਰਥੀ ਨਾਲ ਕੋਈ ਧੱਕਾ ਨਾ ਹੋਵੇ ਤੇ ਕੋਈ ਵੀ ਅਯੋਗ ਵਿਦਿਆਰਥੀ ਅਯੋਗ ਸਾਧਨਾ ਰਾਹੀਂ ਕਿਸੇ ਯੋਗ ਵਿਦਿਆਰਥੀ ਤੋਂ ਅੱਗੇ ਨਾ ਲੰਘ ਸਕੇ। 11 ਸਿਰਲੇਖ ਨੇ ਇਸ ਕਿਤਾਬ ਦੇ ਵਿੱਚ। 11 ਸਿਰਲੇਖਾਂ ਦੀ ਗੱਲ ਕਰਾਂ, ਪਹਿਲਾ ਜਿਹੜਾ ਹੈ ਮੇਰਾ ਬਗੀਚਾ, ਉਹਦੇ ਨਾਲ ਤੀਸਰੇ ਨੇਤਰ ਦੀ ਗਾਥਾ, ਬੂਰ ਦੇ ਲੱਡੂ, ਕਰਮ ਭੂਮੀ ਅਤੇ ਸਹਿਕਰਮੀ, ਮਿੱਠੜੇ ਮੇਵੇ ਵਿੱਚ ਦੁਨੀਆ ਸੇਵ ਕਮਾਈ ਹੈ, ਅੱਖੀ ਦੇਖਣਾ ਰਜੀਆਂ, ਮਿੱਤਰਾਂ ਬਾਝ ਨਾ ਮਜਲਿਸਾਂ, ਇੱਕ ਸੁਰ ਇਹ ਵੀ ਮੇਰੀ ਸੋਚ ਤੇ ਮੇਰੀ ਪਹੁੰਚ ਤੇ ਚੱਲਦਾ ਰਹੇਗਾ। ਇਸ ਤਰ੍ਹਾਂ 184 ਪੰਨਿਆਂ ਉੱਤੇ ਜਿਹੜੀ ਹੈ ਇਹ ਕਿਤਾਬ ਦੀ ਜਿਹੜੀ ਸਵੈ ਜੀਵਨੀ ਲੇਖਕ ਨੇ ਸਮਰਪਣ ਕੀਤੀ ਹੈ। ਇਹ ਗੱਲ ਬੜੀ ਸਪਸ਼ਟ ਹੈ ਕਿ ਜਦੋਂ ਅਸੀਂ ਇਸ ਕਿਤਾਬ ਨੂੰ ਪੜ੍ਹਦੇ ਹਾਂ, ਕਿਸੇ ਵੀ ਵਰਗ ਦਾ ਪਾਠਕ, ਚਾਹੇ ਵਿਦਿਆਰਥੀ ਹੈ, ਚਾਹੇ ਅਧਿਆਪਨ ਖੇਤਰ ਨਾਲ ਜਾਂ ਆਪਣੇ ਨਿੱਜੀ ਜੀਵਨ ਦੇ ਵਿੱਚ ਸਮਾਜ ਵਿੱਚ ਵਿਚਰਦਿਆਂ ਹੋਇਆਂ ਉਹ ਕਿਸੇ ਵੀ ਹੋਰ ਖੇਤਰ ਨਾਲ ਸੰਬੰਧ ਰੱਖਦਾ ਆ, ਜਦੋਂ ਇਸ ਕਿਤਾਬ ਨੂੰ ਪੜ੍ਹਦਾ ਹੈ ਨਾ, ਉਹਦੇ ਅੰਦਰ ਕੁਦਰਤੀ ਤੌਰ ਤੇ ਕਿਤਾਬ ਪੜ੍ਹਦੇ ਹੋਇਆਂ ਵੀ ਤੇ ਕਿਤਾਬ ਪੜ੍ਹਨ ਤੋਂ ਬਾਅਦ ਵੀ ਇੱਕ ਖਾਸ ਚੀਜ਼ ਪੈਦਾ ਹੋਏਗੀ। ਉਹ ਹੋਏਗੀ ਆਪਣੇ ਪਰਿਵਾਰ, ਆਪਣੇ ਸਮਾਜ, ਆਪਣੇ ਬੱਚਿਆਂ ਪ੍ਰਤੀ ਇੱਕ ਜ਼ਿੰਮੇਵਾਰੀ। ਤੇ ਜੇ ਇਸ ਤਰ੍ਹਾਂ ਹੁੰਦਾ ਆ, ਕਿਤਾਬ ਪੜ੍ਹਨ ਤੋਂ ਬਾਅਦ ਅਸੀਂ ਜ਼ਿੰਮੇਵਾਰ ਬਣਦੇ, ਵੀ ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ, ਸਮਾਜ ਪ੍ਰਤੀ ਜ਼ਿੰਮੇਵਾਰੀਆਂ, ਆਪਣੇ ਆਲੇ ਦੁਆਲੇ ਪ੍ਰਤੀ ਜ਼ਿੰਮੇਵਾਰੀਆਂ। ਤੇ ਜੇ ਅਸੀਂ ਜ਼ਿੰਮੇਵਾਰੀ ਬਣ ਗਏ ਤੇ ਸਮਝੋ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਗਏ, ਕਿਉਂਕਿ ਅਸੀਂ ਗੈਰ ਜ਼ਿੰਮੇਦਾਰ ਬਣ ਜਾਂਦੇ ਹਾਂ, ਅਸੀਂ ਲਾਪਰਵਾਹ ਹੋ ਜਾਂਦੇ ਹਾਂ, ਅਸੀਂ ਬੇਪਰਵਾਹ ਹੋ ਜਾਂਦੇ ਹਾਂ, ਅਸੀਂ ਅਣਗਹਿਲੀਆਂ ਕਰਨ ਲੱਗ ਪੈਂਦੇ ਹਾਂ, ਤਾਂ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਦੀ ਨਾਕਾਮਯਾਬੀ ਦਾ ਇਹ ਜਿਹੜੀਆਂ ਅਲਾਮਤਾਂ ਨੇ ਉਹ ਵੱਡਾ ਕਾਰਨ ਬਣ ਜਾਂਦੀਆਂ ਨੇ। ਕਿਵੇਂ ਉਹ ਕਹਿੰਦੇ ਹੁੰਦੇ, ਉੱਦਮ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ, ਉਹ ਇਸੇ ਤਰ੍ਹਾਂ ਇਹ ਕਿਤਾਬ ਚੱਲਦੀ ਹੈ। ਤੇ ਲੇਖਕ ਦੀ ਜ਼ਿੰਦਗੀ ਦੇ ਵਿੱਚ ਜੋ ਉਹਨੇ ਉੱਦਮ, ਜੋ ਉਹਨੇ ਸੰਘਰਸ਼, ਜੋ ਉਹਨੇ ਚੜ੍ਹਦੀ ਕਲਾ, ਜੋ ਉਹਨੇ ਦ੍ਰਿੜਤਾ ਤੇ ਉਹਦੇ ਨਾਲ ਨਾਲ ਪਰਮਾਤਮਾ ਦੇ ਭਾਣੇ ਵਿੱਚ ਕਿਵੇਂ ਜੀਵਨ ਜੀਵਿਆ ਆ, ਉਹ ਇਸ ਕਿਤਾਬ ਨੂੰ ਪੜ੍ਹਿਆ ਪਤਾ ਲੱਗਦਾ ਆ। ਕਿਤਾਬ ਦੀ ਸਮੀਖਿਆ ਕਰਨੀ ਸੀ। ਕਿਤਾਬ ਮੈਂ ਕਰੀਬ ਕਾਫੀ ਸਮਾਂ ਪਹਿਲਾਂ ਪੜ੍ਹੀ ਸੀ, ਪ੍ਰੋਫੈਸਰ ਸਾਹਿਬ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਦੱਸਿਆ ਵੀ ਹੁਣ ਮੈਂ ਇਹਦਾ ਜਿਹੜਾ ਰੀ-ਐਡੀਸ਼ਨ ਕਰ ਰਿਹਾ, ਬਹੁਤ ਛੇਤੀ ਪਾਠਕਾਂ ਦੇ ਹੱਥ ਵਿੱਚ ਹੋਵੇਗਾ ਔਰ ਉਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਨੇ ਜਮ੍ਹਾਂ ਘਟਾਓ ਕੀਤੀਆਂ ਗਈਆਂ ਨੇ।
ਤੇ ਉਹ ਕਿਤਾਬ ਜੋ ਸਾਡੇ ਹੱਥਾਂ ਵਿੱਚ ਪਹੁੰਚੇਗੀ ਅਸੀਂ ਉਹਨੂੰ ਵੀ ਰਿਵਿਊ ਕਰਾਂਗੇ। ਉਹਦੇ ਵਾਸਤੇ ਪ੍ਰੋਫੈਸਰ ਸਾਹਿਬ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ ਤੇ ਇੰਤਜ਼ਾਰ ਰਹੇਗਾ ਉਹਨਾਂ ਦੀ ਅਗਲੀ ਸਵੈ ਜੀਵਨੀ ਪੁਸਤਕ ਦਾ। ਸੋ ਦੋਸਤੋ, ਇਹ ਸੀ ਪ੍ਰੋਫੈਸਰ ਅਛਰੂ ਸਿੰਘ ਦੀ ਸਵੈ ਜੀਵਨੀ ਕੀਟਾ ਆਈ ਰੀਸ। ਉਮੀਦ ਕਰਦਾ ਕਿਤਾਬ ਦੇ ਬਾਰੇ ਜਿਤਨੀ ਕੁ ਚਰਚਾ ਕੀਤੀ ਗਈ ਹੈ ਤੁਹਾਨੂੰ ਚੰਗੀ ਲੱਗੀ ਹੋਵੇਗੀ। ਸੋ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੀਂ ਕਿਤਾਬ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।